स्वागत करते हैं साਰਿਆਂ ਦਾ। संविधान के ਜਿਹੜੇ महत्वपूर्ण अनुच्छेद लैके हाजिर होए हैं। तो गल करते हैं जी संविधान के महत्वपूर्ण अनुच्छेदों बारे। अनुच्छेद 1 की कहता जी, संघ का नाम ਅਤੇ ਖੇਤਰ। ਜਿਹੜੇ ਭਾਰਤੀ ਸੰਘ ਆ ਉਹਦੇ 'ਚ ਕਿਹੜੇ ਨਾਮ ਆਉਂਦੇ ਆ, ਕਿਹੜੇ ਰਾਜਾਂ ਦੇ ਨਾਮ ਆ ਅਤੇ ਉਹਨਾਂ ਦਾ ਖੇਤਰ ਕੀ ਆ, ਉਹ ਆਰਟੀਕਲ 1 ਦੇ ਵਿੱਚ ਹੈ ਜੀ। अनुच्छेद 3 ਕੀ ਕਹਿੰਦਾ, ਨਵੇਂ ਰਾਜਾਂ ਦਾ ਗਠਨ ਅਤੇ ਖੇਤਰਾਂ। ਨਵੇਂ ਰਾਜਾਂ ਦਾ ਗਠਨ करना ਜਾਂ ਉਹਨਾਂ ਦੀ ਖੇਤਰਾਂ ਜਾਂ ਉਹਨਾਂ ਦੀ ਸੀਮਾ ਜਿਹੜੀ ਉਹਨਾਂ 'ਚ ਤਬਦੀਲੀ ਜਾਂ ਮੌਜੂਦਾ ਰਾਜਾਂ ਦੇ ਨਾਵਾਂ ਵਿੱਚ ਤਬਦੀਲੀ, ਇਹ ਸਾਰਾ ਕੁਛ ਹੈ ਜਿਹੜਾ अनुच्छेद 3 ਵਿੱਚ ਹੁੰਦਾ ਜੀ। अनुच्छेद 13 ਕੀ ਕਹਿੰਦਾ, ਬੁਨਿਆਦੀ ਕਾਨੂੰਨਾਂ ਦੇ ਨਾਲ ਅਸੰਗਤ ਅਤੇ ਅਪਮਾਨਜਨਕ ਕਾਨੂੰਨ। ਠੀਕ ਹੈ ਜੀ। ਤਾਂ ਜਿਹੜੇ ਬੁਨਿਆਦੀ ਕਾਨੂੰਨ ਆ ਯਾਨੀ ਕਿ ਮੌਲਿਕ ਅਧਿਕਾਰ ਦੇ ਨਾਲ ਜਿਹੜੇ ਕੋਈ ਅਸੰਗਤ ਅਤੇ ਅਪਮਾਨਜਨਕ ਕਾਨੂੰਨ ਆ ਉਹਨਾਂ ਨੂੰ ਖਾਰਜ ਕਰਨਾ, ਮਤਲਬ ਕਿ ਇਹ अनुच्छेद 13 ਕਹਿੰਦਾ। अनुच्छेद 14 ਕਹਿੰਦਾ ਜੀ, ਕਾਨੂੰਨ ਦੇ ਸਾਹਮਣੇ ਸਮਾਨਤਾ। ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ अनुच्छेद 14 ਕਰਦਾ, ਮੋਸਟ ਇੰਪੋਰਟੈਂਟ। अनुच्छेद 16 ਕਹਿੰਦਾ ਜੀ, ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਮੌਕੇ ਦੀ ਸਮਾਨਤਾ। ਤਾਂ अनुच्छेद 16 ਜਿਹੜਾ ਹੈ ਉਹ ਅਫਸਰ ਦੀ ਸਮਾਨਤਾ ਦੀ ਗੱਲ ਕਰਦਾ ਜੀ। अनुच्छेद 17 ਜਿਹੜਾ ਕਿ ਬਹੁਤ ਵਾਰ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਕਿ ਛੂਤ ਛਾਤ ਦਾ ਜਿਹੜਾ ਖਾਤਮਾ ਉਹ ਕਿਹੜਾ अनुच्छेद ਕਰਦਾ ਜੀ, अनुच्छेद 17 ਕਰਦਾ। ਬੋਲਣ ਦੀ ਆਜ਼ਾਦੀ ਬਾਰੇ ਕੁਝ ਅਧਿਕਾਰਾਂ ਦੀ ਸੁਰੱਖਿਆ। ਤਾਂ ਬੋਲਣ ਦੀ ਆਜ਼ਾਦੀ ਦੇ ਬਾਰੇ ਕੁਝ ਅਧਿਕਾਰਾਂ ਦੀ ਜਿਹੜੀ ਸੁਰੱਖਿਆ ਉਹ अनुच्छेद 19 ਵਿੱਚ ਦਿੱਤੀ ਗਈ ਹੈ। अनुच्छेद 21 ਕੀ ਕਹਿੰਦਾ ਜੀ, ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਸੁਰੱਖਿਆ। अनुच्छेद 21 ਬਹੁਤ ਇੰਪੋਰਟੈਂਟ अनुच्छेद ਹੈ ਜੀ। ਤਾਂ ਇਸ ਨੂੰ ਯਾਦ ਰੱਖਣਾ ਕਿ ਆਪਣੇ ਜੀਵਨ ਦਾ ਅਧਿਕਾਰ ਆਪਾਂ ਨੂੰ अनुच्छेद 21 ਦੇ ਰਾਹੀਂ ਮਿਲਿਆ ਹੋਇਆ। अनुच्छेद 21A ਕੀ ਕਹਿੰਦਾ ਜੀ, ਮੁੱਢਲੀ ਸਿੱਖਿਆ ਦਾ ਅਧਿਕਾਰ। अनुच्छेद 21A ਨੂੰ ਜਿਹੜਾ ਹੈ 86ਵੀਂ ਜਿਹੜੀ ਸੰਵਿਧਾਨਿਕ ਸੋਧ ਹੋਈ ਸੀ ਜੀ, 86ਵੀਂ ਸੰਵਿਧਾਨਿਕ ਸੋਧ, ਉਸ ਦੇ ਰਾਹੀਂ 2002 ਦੇ ਵਿੱਚ ਜਿਹੜਾ ਹੈ ਇਹਨੂੰ ਸਿੱਖਿਆ ਦਾ ਅਧਿਕਾਰ, ਮੁੱਢਲੀ ਸਿੱਖਿਆ ਦਾ ਅਧਿਕਾਰ ਇਹ ਜਿਹੜਾ ਹੈ अनुच्छेद 21A ਦੇ ਵਿੱਚ ਐਡ ਕੀਤਾ ਗਿਆ ਸੀ। अनुच्छेद 25 ਕੀ ਕਹਿੰਦਾ ਜੀ, ਜ਼ਮੀਰ ਦੀ ਆਜ਼ਾਦੀ, ਸੁਤੰਤਰ ਪੇਸ਼ੇ, ਅਭਿਆਸ ਅਤੇ ਧਰਮ ਦਾ ਪ੍ਰਚਾਰ। ਯਾਨੀ ਕਿ ਕੋਈ ਵਿਅਕਤੀ ਕਿਸੇ ਵੀ ਜਿਹੜਾ ਹੈ ਧਰਮ ਨੂੰ ਮੰਨ ਸਕਦਾ, ਉਹਦਾ ਪ੍ਰਚਾਰ ਕਰ ਸਕਦਾ। ਠੀਕ ਹੈ, ਕੋਈ ਵੀ ਕਿੱਤਾ ਅਪਣਾ ਸਕਦਾ। अनुच्छेद 30 ਕੀ ਕਹਿੰਦਾ ਜੀ, ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦਾ ਵਿਦਿਅਕ ਜਿਹੜਾ ਹੈ ਸੰਸਥਾਵਾਂ ਸਥਾਪਿਤ ਕਰਨ ਦਾ ਅਤੇ ਉਹਨਾਂ ਦਾ ਪ੍ਰਬੰਧ ਕਰਨ ਦਾ ਅਧਿਕਾਰ अनुच्छेद 30 ਦੇ ਤਹਿਤ ਹੈ ਜੀ। अनुच्छेद 31 ਕੀ ਕਹਿੰਦਾ ਜੀ, अनुच्छेद 31C ਕੀ ਕਹਿੰਦਾ, ਕੁਝ ਨਿਰਦੇਸ਼ਕ ਸਿਧਾਂਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਦੀ ਬਚਤ ਕਰਨਾ ਜਾਂ ਉਹਨਾਂ ਕਾਨੂੰਨਾਂ ਨੂੰ ਜਿਹੜਾ ਹੈ ਬਾਹਰ ਰੱਖਿਆ ਗਿਆ ਜਿਹੜੇ ਨਿਰਦੇਸ਼ਕ ਸਿਧਾਂਤਾਂ ਨੂੰ ਪ੍ਰਭਾਵਿਤ ਕਰਦੇ ਆ, अनुच्छेद 31C ਦੇ ਤਹਿਤ। अनुच्छेद 32 ਕੀ ਕਹਿੰਦਾ ਜੀ, ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੇ ਜਿਹੜੇ ਕੁਝ ਉਪਾਅ, ਉਹਨੂੰ ਆਪਾਂ ਰਿਟਸ ਵੀ ਕਹਿ ਦਿੰਦੇ ਹਾਂ। ਤਾਂ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਕੁਝ ਜਿਹੜੀਆਂ ਹੈ ਅਦਾਲਤਾਂ ਉਹ ਰਿਟਸ ਜਾਰੀ ਕਰ ਸਕਦੀਆਂ। ਠੀਕ ਹੈ ਜੀ। ਤਾਂ ਉਹ ਰਿਟਸ ਜਿਹੜੀਆਂ ਹੈ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਅਦਾਲਤਾਂ ਜਾਰੀ ਕਰ ਸਕਦੀਆਂ ਜੀ। ਤਾਂ ਇਹਨਾਂ ਨੂੰ अनुच्छेद 32 ਨੂੰ ਜਿਹੜਾ ਹੈ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਦਿਲ ਅਤੇ ਆਤਮਾ ਦਾ ਨਾਮ ਵੀ ਦਿੱਤਾ। ਤਾਂ ਇਹ अनुच्छेद 32 ਜਿਹੜਾ ਹੈ ਇੰਪੋਰਟੈਂਟ ਹੋ ਜਾਂਦਾ ਜੀ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਜੀ अनुच्छेद 38 ਦੀ। अनुच्छेद 38 ਜਿਹੜਾ ਗੱਲ ਕਰਦਾ ਜੀ ਕਿ ਭਲਾਈ ਦੇ ਪ੍ਰਚਾਰ ਲਈ ਇੱਕ ਸਮਾਜਿਕ ਵਿਵਸਥਾ ਨੂੰ ਸੁਰੱਖਿਅਤ ਕਰਨ ਲਈ। ਠੀਕ ਹੈ, ਜਿਹੜੇ ਆਪਾਂ ਰਾਜ ਦੇ ਜਿਹੜੇ ਕਿਸੇ ਰਾਜ ਦੇ ਲੋਕ ਆ, ਜੇਕਰ ਉਹਨਾਂ ਦੀ ਗੱਲ ਕਰੀਏ, ਉਹਨਾਂ ਦੀ ਇੱਕ ਸਮਾਜਿਕ ਵਿਵਸਥਾ ਦੇ ਲਈ ਜਿਹੜਾ ਹੈ ਸੁਰੱਖਿਅਤ ਰਾਜ ਉਹਨਾਂ ਨੂੰ ਜਿਹੜਾ ਹੈ ਉਹ ਪ੍ਰੋਵਾਈਡ ਕਰਨਾ, ਇਹ ਜਿਹੜੀ ਹੈ ਜ਼ਿੰਮੇਵਾਰੀ ਹੈ। ਠੀਕ ਹੈ ਜੀ, ਗੌਰਮੈਂਟ ਦੀ। ਤਾਂ ਇਸ ਤੋਂ ਇਲਾਵਾ ਜਿਹੜਾ अनुच्छेद 40 ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਪਿੰਡਾਂ ਦੀ ਪੰਚਾਇਤਾਂ ਦਾ ਸੰਗਠਨ ਜਿਹੜਾ ਹੈ अनुच्छेद 40 ਦੇ ਤਹਿਤ ਆਉਂਦਾ ਜੀ। अनुच्छेद 44 ਕਾਫੀ ਇੰਪੋਰਟੈਂਟ ਹੈ, ਜਿਹੜਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ ਜੀ। ਇੱਕਸਾਰ ਸਿਵਲ ਕੋਡ, ਜਿਹਨੂੰ ਆਪਾਂ ਯੂਨੀਫਾਰਮ ਸਿਵਲ ਕੋਡ ਵੀ ਕਹਿ ਦਿੰਦੇ ਹਾਂ। ਕਈ ਵਾਰ ਤੁਹਾਨੂੰ ਪੰਜਾਬੀ ਦੇ ਵਿੱਚ ਨਹੀਂ ਦਿੱਤਾ ਹੋਊਗਾ, ਅੰਗਰੇਜ਼ੀ ਦੇ ਸ਼ਬਦ ਤੁਹਾਨੂੰ ਪੰਜਾਬੀ ਵਿੱਚ ਲਿਖ ਕੇ ਦੇ ਦੇਣਗੇ, ਤਾਂ ਤੁਸੀਂ ਇਹਨੂੰ ਅੰਗਰੇਜ਼ੀ ਨੂੰ ਵੀ ਯਾਦ ਕਰ ਲੈਣਾ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਕਿਹੜਾ ਆਰਟੀਕਲ ਗੱਲ ਕਰਦਾ। ਆਰਟੀਕਲ 44 ਹੈ ਜਿਹੜਾ ਉਹ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ ਜੀ। ਉਸ ਤੋਂ ਬਾਅਦ ਦੇਖੋ ਜੀ अनुच्छेद 45 ਕੀ ਕਹਿੰਦਾ। अनुच्छेद 45 ਹੈ ਜਿਹੜਾ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਲਈ ਪ੍ਰਬੰਧ 6 ਸਾਲ ਤੋਂ ਘੱਟ ਉਮਰ ਦੇ ਬੱਚੇ।
ਜਿਹੜੇ ਸ਼ੁਰੂਆਤੀ ਬਚਪਨ ਯਾਨੀ ਕਿ 0 ਤੋਂ 6 ਸਾਲ ਦੇ ਬੱਚੇ ਆ ਉਹਨਾਂ ਲਈ ਸਿੱਖਿਆ ਦਾ ਪ੍ਰਬੰਧ ਕਰਨਾ, ਠੀਕ ਹੈ ਜੀ, ਉਹਨਾਂ ਦੀ ਦੇਖਭਾਲ ਕਰਨਾ ਅਤੇ ਸਿੱਖਿਆ ਦਾ ਪ੍ਰਬੰਧ ਕਰਨਾ ਉਹਨਾਂ ਲਈ, ਇਹ ਅਨੁਛੇਦ 45 ਗੱਲ ਇਹ ਕਹਿੰਦਾ ਜੀ। ਅਨੁਛੇਦ 46 ਕੀ ਕਹਿੰਦਾ ਜੀ ਕਿ ਅਨੁਛੇਦ 46 ਕਹਿੰਦਾ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਜਿਹੜੇ ਕਮਜ਼ੋਰ ਵਰਗ ਆ ਉਹਨਾਂ ਦੇ ਵਿੱਦਿਅਕ ਅਤੇ ਆਰਥਿਕ ਹਿੱਤਾਂ ਦਾ ਪ੍ਰਚਾਰ ਕਰਨਾ। ਯਾਨੀ ਕਿ ਜਿਹੜੀਆਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲੇ ਆ ਉਹਨਾਂ ਦੇ ਜਿਹੜੇ ਵਿੱਦਿਅਕ ਅਧਿਕਾਰ ਆ ਅਤੇ ਆਰਥਿਕ ਹਿੱਤ ਆ ਉਹਨਾਂ ਦਾ ਜਿਹੜਾ ਹੈ ਉਹ ਮਤਲਬ ਕਿ ਪ੍ਰਚਾਰ ਕਰਨਾ, ਉਹਨਾਂ ਦੇ ਵਿੱਦਿਅਕ ਅਧਿਕਾਰਾਂ ਨੂੰ ਜਿਹੜਾ ਹੈ ਰੱਖਿਆ ਕਰਨਾ, ਠੀਕ ਹੈ। ਉਸ ਤੋਂ ਬਾਅਦ ਆਹ ਇੰਪੋਰਟੈਂਟ ਆਰਟੀਕਲ ਹੈ ਜੀ, ਕਾਫੀ ਵਾਰ ਇਹ ਤੋਂ ਕੁਐਸਚਨ ਪੁੱਛਿਆ ਗਿਆ। ਆਰਟੀਕਲ 50 ਕੀ ਕਹਿੰਦਾ ਜੀ, ਨਿਆਂਪਾਲਕਾਂ ਨੂੰ ਕਾਰਜਪਾਲਕਾਂ ਤੋਂ ਵੱਖ ਕਰਨਾ, ਜਿਹੜੀ ਆਪਣੀ ਜੁਡੀਸ਼ਰੀ ਆ ਅਤੇ ਐਗਜ਼ੀਕਿਊਟਿਵ ਆ ਉਹਨਾਂ ਨੂੰ ਵੱਖ-ਵੱਖ ਕਰਨਾ, ਇਹ ਜਿਹੜਾ ਹੈ ਅਨੁਛੇਦ 50 ਦੇ ਵਿੱਚ ਆ ਜਾਂਦਾ। ਅਨੁਛੇਦ 51 ਕੀ ਕਹਿੰਦਾ ਜੀ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ। ਅਨੁਛੇਦ 51 ਕੀ ਕਹਿੰਦਾ ਜੀ ਕਿ ਜਿਹੜੀ ਇੰਟਰਨੈਸ਼ਨਲ ਜਿਹੜੀ ਪੀਸ ਹੈ ਅਤੇ ਸਿਕਿਉਰਿਟੀ ਆ ਉਹਨੂੰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਬੜਾਵਾ ਦੇਣਾ। ਅਨੁਛੇਦ 51A ਬਹੁਤ ਹੀ ਇੰਪੋਰਟੈਂਟ ਹੈ ਜੀ। ਮੌਲਿਕ ਕਰਤੱਵ ਆ ਜਿਹੜੇ ਬੁਨਿਆਦੀ ਜਾਂ ਮੌਲਿਕ ਕਰਤੱਵ ਕਹਿ ਦਿੰਦੇ ਆ, ਠੀਕ ਹੈ ਜੀ, ਤਾਂ ਉਹ ਮੌਲਿਕ ਕਰਤੱਵਾਂ ਦੀ ਗੱਲ ਜਿਹੜਾ ਹੈ ਅਨੁਛੇਦ 51A ਕਰਦਾ ਜੀ। ਅਨੁਛੇਦ 72 ਕੀ ਕਹਿੰਦਾ ਜੀ, ਮਾਫੀ ਆਦਿ ਦੇਣ ਅਤੇ ਮੁਅੱਤਲ ਕਰਨ ਲਈ ਰਾਸ਼ਟਰਪਤੀ ਦੀ ਸ਼ਕਤੀ। ਰਾਸ਼ਟਰਪਤੀ ਕਿਸੇ ਨੂੰ ਮਾਫੀ ਵੀ ਦੇ ਸਕਦਾ, ਕਿਸੇ ਦੀ ਮਾਫੀ ਮੁਅੱਤਲ ਵੀ ਕਰ ਸਕਦਾ, ਠੀਕ ਹੈ। ਤਾਂ ਇਹ ਸ਼ਕਤੀ ਹੈ ਜਿਹੜੀ ਉਹ ਰਾਸ਼ਟਰਪਤੀ ਕੋਲ ਕਿਹੜੇ ਅਨੁਛੇਦ ਰਾਹੀਂ ਆਈ ਜੀ, ਅਨੁਛੇਦ ਜਿਹੜਾ 72 ਹੈ ਉਹ ਜਿਹੜਾ ਹੈ ਰਾਸ਼ਟਰਪਤੀ ਦੀ ਮਾਫੀ ਦੀ ਗੱਲ ਕਰਦਾ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਰਾਸ਼ਟਰਪਤੀ ਦੀ ਸਹਾਇਤਾ ਦੇਣ ਲਈ ਜਿਹੜਾ ਹੈ ਮੰਤਰੀ ਮੰਡਲ ਹੁੰਦਾ, ਤਾਂ ਉਹ ਅਨੁਛੇਦ 74 ਦੇ ਵਿੱਚ ਹੁੰਦਾ ਜੀ। ਅਨੁਛੇਦ ਜਿਹੜਾ 74 ਆ ਉਹ ਮੰਤਰੀ ਮੰਡਲ ਦੀ ਗੱਲ ਕਰਦਾ, ਜਿਹੜੇ ਰਾਸ਼ਟਰਪਤੀ ਦੀ ਸਹਾਇਤਾ ਅਤੇ ਸਲਾਹ ਦੇਣ ਲਈ ਹੁੰਦਾ ਜੀ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਅਨੁਛੇਦ 78 ਦੀ, ਅਨੁਛੇਦ 78 ਜਿਹੜਾ ਹੈ ਪ੍ਰਧਾਨ ਮੰਤਰੀ ਦੇ ਜਿਹੜੀ ਫਰਨੀਚਰਿੰਗ ਦੇ ਸੰਬੰਧ ਵਿੱਚ ਫਰਜ਼, ਠੀਕ ਹੈ ਜੀ, ਯਾਨੀ ਕਿ ਪ੍ਰਧਾਨ ਮੰਤਰੀ ਜਿਹੜੀ ਉਹਦੀ ਕੈਬਨਿਟ ਹੁੰਦੀ ਹੈ, ਠੀਕ ਹੈ ਜੀ, ਉਸ ਨੂੰ ਲੈ ਕੇ ਜਿਹੜੀ ਉਹ ਪ੍ਰਧਾਨਗੀ ਕਰਦਾ ਉਹਦੇ ਜਿਹੜੇ ਅਧਿਕਾਰ ਨੇ ਅਤੇ ਫਰਜ਼ ਨੇ ਉਹ ਅਨੁਛੇਦ 78 ਦੇ ਵਿੱਚ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਆਹ ਇੰਪੋਰਟੈਂਟ ਹੈ ਜੀ 110 ਆਰਟੀਕਲ, ਜਿਹੜਾ ਪੈਸੇ ਦੇ ਬਿੱਲ ਯਾਨੀ ਕਿ ਜਿਹਨੂੰ ਆਪਾਂ ਮਨੀ ਬਿੱਲ ਕਹਿ ਦਿੰਦੇ ਹਾਂ, ਧਨ ਬਿੱਲ ਵੀ ਕਿਹਾ ਜਾਂਦਾ ਇਹਨੂੰ, ਵਿੱਤੀ ਬਿੱਲ, ਠੀਕ ਹੈ, ਕੋਈ ਮਰਜ਼ੀ ਨਾਮ ਦੇ ਦਿਓ, ਤਾਂ ਉਹਦੀ ਜਿਹੜੀ ਡੈਫੀਨੇਸ਼ਨ ਆ ਮਨੀ ਬਿੱਲ ਦੀ ਉਹ ਅਨੁਛੇਦ 110 ਦੇ ਵਿੱਚ ਹੈ ਜੀ। ਅਨੁਛੇਦ 112 ਕੀ ਹੈ, ਸਾਲਾਨਾ ਵਿੱਤੀ ਬਿਆਨ ਯਾਨੀ ਕਿ ਬਜਟ ਦਾ ਜਿਹੜਾ ਅਨੁਛੇਦ ਆ 112 ਹੈ ਜੀ। ਅਨੁਛੇਦ 123 ਕੀ ਕਹਿੰਦਾ, ਸੰਸਦ ਦੀ ਛੁੱਟੀ ਦੇ ਦੌਰਾਨ ਆਰਡੀਨੈਂਸ ਜਾਰੀ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ। ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਆਰਟੀਕਲ ਹੈ। ਕਈ ਵਾਰ ਕੁਐਸਚਨ ਪੁੱਛਿਆ ਗਿਆ ਕਿ ਅਨੁਛੇਦ 123 ਰਾਹੀਂ ਰਾਸ਼ਟਰਪਤੀ ਕੀ ਕਰ ਸਕਦਾ, ਆਰਡੀਨੈਂਸ ਜਿਹੜਾ ਹੈ ਉਹਨੂੰ ਜਾਰੀ ਕਰ ਸਕਦਾ, ਆਰਡੀਨੈਂਸ ਜਿਹੜਾ ਹੈ ਜਾਰੀ ਕਰ ਸਕਦਾ ਅਨੁਛੇਦ 123 ਦੇ ਰਾਹੀਂ, ਜਦੋਂ ਸੰਸਦ ਦਾ ਸੈਸ਼ਨ ਜਿਹੜਾ ਨਾ ਚੱਲ ਰਿਹਾ ਹੋਵੇ ਤਾਂ ਅਧਿਆਦੇਸ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਧਿਆਦੇਸ਼ ਹੈ ਜਿਹੜਾ ਉਹ ਜਾਰੀ ਕਰ ਸਕਦਾ। ਦੇਖੋ ਰਾਸ਼ਟਰਪਤੀ ਜਿਹੜਾ ਹੈ 123 ਅਤੇ ਜਿਹੜਾ ਗਵਰਨਰ ਹੈ ਉਹ 213, ਇਹਨੂੰ ਇਸ ਤਰ੍ਹਾਂ ਵੀ ਯਾਦ ਕਰ ਸਕਦੇ ਹੋ, ਠੀਕ ਹੈ। ਤਾਂ ਇਹ ਦੋਨੇ ਆਰਟੀਕਲ ਇੰਪੋਰਟੈਂਟ ਹੋ ਜਾਂਦੇ ਆ। ਰਾਸ਼ਟਰਪਤੀ ਦਾ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਜਿਹੜੀ ਹੈ 123 ਦੇ ਤਹਿਤ ਆ ਅਤੇ ਗਵਰਨਰ ਦੀ ਜਿਹੜੀ ਹੈ 213। ਇਹਨਾਂ ਦੋਨਾਂ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਜਿਹੜਾ ਹੈ ਹਰ ਵਾਰ ਪੁੱਛਿਆ ਜਾਂਦਾ। ਜੇਕਰ ਤੁਸੀਂ ਮਾਸਟਰ ਕੇਡਰ ਦੀ ਜਾਂ ਜਿਹੜਾ ਹੈ ਪੋਲੀਟੀਕਲ ਸਾਇੰਸ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਆਰਟੀਕਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਹਰ ਹਾਲ ਦੇ ਵਿੱਚ ਐਗਜ਼ਾਮ ਦੇ ਵਿੱਚ ਰੱਟ ਕੇ ਜਾਣਾ ਜੀ। ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਅਗਲਾ ਕੁਐਸਚਨ ਕੀ ਕਹਿ ਰਿਹਾ, ਅਨੁਛੇਦ 143 ਸੁਪਰੀਮ ਕੋਰਟ ਨਾਲ ਸਲਾਹ ਕਰਨ ਲਈ ਰਾਸ਼ਟਰਪਤੀ ਦੀ ਸ਼ਕਤੀ। ਦੇਖੋ ਰਾਸ਼ਟਰਪਤੀ ਜਿਹੜਾ ਹੈ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ, ਤਾਂ ਕਿਹੜੇ ਆਰਟੀਕਲ ਦੇ ਤਹਿਤ, 143 ਦੇ ਤਹਿਤ। 155 ਕੀ ਕਹਿੰਦਾ ਜੀ, ਰਾਜਪਾਲ ਦੀ ਨਿਯੁਕਤੀ, ਜਿਹੜਾ ਗਵਰਨਰ ਆ ਰਾਜਪਾਲ ਆ ਉਹਦੀ ਨਿਯੁਕਤੀ ਦੀ ਗੱਲ ਅਨੁਛੇਦ 155 ਕਰਦਾ ਜੀ। 161 ਕੀ ਕਹਿੰਦਾ ਜੀ, ਗਵਰਨਰ ਦੀ ਮਾਫੀ ਦੇਣ ਦੀ ਸ਼ਕਤੀ, ਠੀਕ ਹੈ ਜੀ, ਗਵਰਨਰ ਕਿਸੇ ਨੂੰ ਮਾਫੀ ਦੇ ਸਕਦਾ, ਕਿਸੇ ਨੂੰ ਮੁਅੱਤਲ ਕਰ ਸਕਦਾ, ਇਹ 161 ਰਾਹੀਂ ਹੈ ਜੀ। 161 ਜਿਹੜਾ ਅਨੁਛੇਦ ਆ ਉਹ ਗੱਲ ਕਰਦਾ ਜੀ। ਉਸ ਤੋਂ ਬਾਅਦ ਜਿਹੜਾ ਹੈ ਅਨੁਛੇਦ 163 ਕੀ ਗੱਲ ਕਰਦਾ
कि गवर्नर की सहायता ते सलाह देने लई जिहड़ी मंत्री मंडल किसी भी राज का हुंदा वो अनुच्छेद 163 उसकी गल करदा। 167 की गल करदा जी कि मुख मंत्री के संबंध विच जिहड़े मुख मंत्री के करतव गवर्नर की फर्नीचिंग संबंधी, ठीक है जी, तो जिहड़े है कुछ करतव ने मुख मंत्री के गवर्नर के संबंधी 167 च गल करते हैं। 169 की है जी राज्यां विच विधान परिषद नूं खत्म करना या इसकी सिरजना करना। देखो ये इंपॉर्टेंट है जी क्योंकि हुणे जिहड़ा है वैस्ट बंगाल दे विच अनुच्छेद 169 की वरतों करके जिहड़ा है पश्चिमी बंगाल दे विच विधान परिषद की स्थापना जिहड़ी है वो कीती गई सी, ठीक है। तो ये आर्टिकल इंपॉर्टेंट हो जाता जी 169। उस तो बाद जेकर गल करिए आर्टिकल 200 की कहता कि राजपाल द्वारा बिलों की सहमति, ठीक है। तो जिन्ने भी बिल जिहड़े है वो जदों राज की जिहड़ी असैंबली हुंदी आ विधान सभा हुंदी आ उहदे विच जिहड़ा है पास होने तो बाद राजपाल कोल भेजे जाते हैं। तो राजपाल जिहड़ा बिलों की सहमति लई जिहड़ा है उन्होंने अधिकार हैगे आ अनुच्छेद 200 दे विच। उस तो बाद देखो जी उही आ गया 213 जदों जिहड़ा है छुट्टी का मतलब सैशन ना चल रहा होवे विधान सभा का तो राजपाल कोल जिहड़े है आर्डीनेंस यानी कि अध्यादेश जारी करने की जिहड़ी शक्ति वो हुंदी है। उस तो बाद जिहड़ा है 226 मोस्ट इंपॉर्टेंट है जी जिहड़ियां उच्च अदालतां यानी कि हाई कोर्ट जिहड़ियां ने हाई कोर्ट उन्हां कोले जिहड़ा है मौलिक अधिकारां नूं लागू करवाउण लई रिट जारी करन दी शक्ति है जिहड़ी वो 226 के तहत जिहड़ा है वो हाई कोर्ट्स कोले हुंदी है जी। इंपॉर्टेंट मोस्ट इंपॉर्टेंट क्वेश्चन। उस तो बाद देखो जी 239 ए दिल्ली के संबंध में कुछ विशेष व्यवस्थावां 239 ए आर्टिकल दे विच कीतियां गईयां ने, ये भी याद रख लिओ। उस तो बाद 249 जी किसी मामले के संबंध में कानून बनाउण दी संसद की शक्ति। कोई भी मामला जिहड़ा राष्ट्रीय हित दा, ठीक है, राष्ट्रीय हित दा पर वो राज सूची दे विच आ। इस गल नूं थोड़ा जिहा तुसीं ध्यान नाल देखो कि राज सूची हुंदी है जिहदे विच जिहड़ा है राज ही जिहड़ा है ਉਹ अपने कानून बना सकते हैं पर संसद नूं जां केंद्र सरकार नूं एक विशेष अधिकार दिता होया आर्टिकल 249 के तहत कि वो जिहड़ा है इस राज सूची विच भी किसी विषय के कानून बना सकती है। जिवें उन्होंने किसानी बिल बनाए सीगे तो भगवंत मान ने आर्टिकल 249 का हवाला दे के इनू हटाउण की मंग की सी कि आर्टिकल 249 हटना चाहिए, ठीक है जी। तो ये बहुत इंपॉर्टेंट हो जाता आर्टिकल तुहाडे लई। उस तो बाद देखो जी आर्टिकल 262 आर्टिकल 262 की कहता जी अंतरराजी पानियां नाल संबंधित विवादां दा निर्णय जिहड़े है अंतरराजी पानी है जिवें अपने पंजाब ते हरियाणे का पानी है उन्हां दा जिहड़ा झगड़ियां दा जिहड़ा निर्णय, ठीक है, वो जिहड़ा है आर्टिकल 262 के तहत जिहड़ा है वो कीता जाऊगा। उस तो बाद जिहड़ा अंतरराजी इंटरस्टेट जिहड़ियां कौंसल हुंदियां वो आर्टिकल 263 के राहीं वो स्थापित कीतियां जाणगीआं। आर्टिकल 265 की कहता जी टैक्स जिहड़े है कानून के अधिकार तो बिना नहीं लगाए जाने चाहिए, ठीक है। संघ के कुछ राज्यां नूं 275 जिहड़ियां ग्रांटां वो भी दित्तियां जानियां चाहिदियां ते टैक्स है जिहड़ा वो कानून के अधिकार तो बिना नहीं लगाए जाने चाहिए। ये आर्टिकल 265 कहता है। मोस्ट इंपॉर्टेंट आर्टिकल ये है जी 280 जिहड़ा फाइनांस कमीशन वित्त कमीशन की गल करदा, मोस्ट इंपॉर्टेंट आर्टिकल। उस तो बाद आर्टिकल 300 की कहता जी 300 आर्टिकल जिहड़ा मुकदमे ते कार्रवाई की गल करदा जी, ठीक है जी। आर्टिकल 300 मुकदमे ते कार्रवाई की गल करदा। 300 ए की कहता जी 300 ए जिहड़ा है व्यक्तियों नूं अथॉरिटी तो इलावा जायदाद तो वांझा नहीं किया जाता, यानी कि संपत्ति का अधिकार जिहड़ा कि पहला मौलिक अधिकार हुंदा सी, पर उहनूं जिहड़ा है संपत्ति के अधिकार नूं 44वीं जिहड़ी सोध हुई सी 1978 दे विच ਉਹਦੇ ਵਿੱਚ संपत्ति का अधिकार मौलिक अधिकारां विचों कढ़ के किहड़े नंबर ते पाता 300 ए नंबर ते पाता जी। ये याद रखियो मोस्ट इंपॉर्टेंट क्वेश्चन जिहड़ा है वो है मोस्ट इंपॉर्टेंट क्वेश्चन जिहड़ा है वो इस दे विच है।
उस तो बाद जिहड़ा है अगला क्वेश्चन देखो जी, अगला क्वेश्चन की कहंदा, अगला क्वेश्चन जिहड़ा है वो गल करदा जी 311 आर्टिकल की गल करें जी, सॉरी फॉर दैट, आर्टिकल की गल करें। अगला आर्टिकल की कहंदा जी, व्यक्तियों की जिहड़ी बरखास्ती आ हटाउण या रैंक विच कमी संघ या राज के अधीन जिहड़ी सिविल समर्था विच नौकरी की गई है। मान लो राज दे कोई सिविल अधिकारी आ जां सेंटर दे कोई सिविल अधिकारी आ, उन्हां दा कोई रैंक आ, ठीक है, जां उन्हां नूं बरखास्त करना, तो ये अधिकार है जिहड़े आर्टिकल 311 के तहत जिहड़ा है वो किए गए ने। उस तो बाद देखो जी आ इंपॉर्टेंट आर्टिकल 312 आल इंडिया सर्विसिस जिहड़े ISPCS जिहड़े अधिकारी ने संघ ते राज्यां लई, उन्हां लई जिहड़ा अनुच्छेद आ वो 312 है, ये इंपॉर्टेंट है। 315 जिहड़े पब्लिक सर्विस कमीशन होंदे, जिवें अपना पंजाब दा पंजाब पब्लिक सर्विस कमीशन, तो वो किस अनुच्छेद के तहत बनया जी, अनुच्छेद 315। उस तो बाद देखो जी अगला क्वेश्चन, अगला क्वेश्चन जिहड़ा है ये भी आर्टिकल जिहड़ा है 320 लोक सेवा कमीशनां दे काम, जिहड़े लोक सेवा कमीशन जिहड़े स्थापित किए गए उन्हां दे काम अनुच्छेद 320 के तहत आ इंपॉर्टेंट क्वेश्चन आया सीगा हुणे। ये 323A आर्टिकल 323A जिहड़े एडमिनिस्ट्रेटिव ट्रिब्यूनल होंदे आ, प्रबंधकी ट्रिब्यूनल होंदे आ, उन्हां दी गल 323A करदा जी। मोस्ट इंपॉर्टेंट 324, ठीक है जी, चोणां दी निगरानी दिशा नियंत्रण, ये किहदा काम आ जी, चोण कमीशन का काम आ, ते चोण कमीशन आर्टिकल 324 नाल रिलेटेड है, याद रखियो मोस्ट इंपॉर्टेंट क्वेश्चनों के विच आ जांदा। उस तो बाद जिहड़ा है आर्टिकल 330 ये की कहंदा जी कि अनुसूचित जातियां ते अनुसूचित जिहड़ियां कबीले उन्हां लई जिहड़ियां सीटां दा राखवीकरण जिहड़ा लोक सभा दे विच, लोक सभा दे विच जिहड़ा उन्हां दा राखवांकरण है अनुसूचित जाति ते अनुसूचित कबीलियां दा, वो अनुच्छेद 330 दे विच है जी। उस तो बाद देखो जी अनुच्छेद 335, अनुच्छेद 335 जिहड़ा है अनुसूचित जाति ते अनुसूचित कबीलियां दियां सेवावां लई दावे, ठीक है, अनुसूचित जातियां ते अनुसूचित कबीलियां दी जिहड़े सेवावां लई दावे कीते जांदे आ, क्लेम्स कीते जांदे आ, अनुच्छेद 335 के तहत कीते जा सकदे आ, ठीक है जी। तो ये मोस्ट इंपॉर्टेंट आर्टिकल है दोनों 330 335। उस तो बाद 352 जी एमरजेंसी की घोषणा, राष्ट्रीय एमरजेंसी जिहड़ी पूरे देश च लगदी है, तो वो अनुच्छेद 352। 356 किहड़ी है जी, जदों किसी राज विच संविधानिक मशीनरी असफल हो जाती है तो किसी राज विच जिहड़ा राष्ट्रपति राज लागू किया जाता, तो अनुच्छेद 356 दे विच किया जाता। जिवें पंजाब दे विच कह रहे सी कि एमरजेंसी लगा दिओ, तो वो जिहड़ा है 356 के तहत लगाई जाऊगी। फिर वित्तीय एमरजेंसी की गल करिए तो 360 वित्तीय एमरजेंसी अजे तक पूरे भारत में कदे भी नहीं लगी, पर एक क्वेश्चन बहुत बार पूछा गया कि जी फाइनैंशियल एमरजेंसी आ किहड़े अनुच्छेद राहीं लगाई जाती है, तो 360 अनुच्छेद के राहीं लगाई जाती है। उस तो बाद जे गल करिए 365 की, तो जिहड़ा है आपां गल करिए कि जदों यूनीयन द्वारा जिहड़े निर्देश दिते जाते हैं राष्ट्रपति द्वारा, ठीक है, राष्ट्रपति राज दे विच उन्हां दी पालना करन विच जे कोई असफल हुंदा जां सफल नहीं हुंदा, तो उहनूं जिहड़ा है कार्रवाई अनुच्छेद 365 के राहीं की जाऊगी। कई बार आपां इसका जिक्र किया अनुच्छेद 368, ये जिहड़ा संविधान नूं सोधन दी जिहड़ी संसद की शक्ति है तो विधि आ, वो अनुच्छेद 368 के राहीं जिहड़ा है दिती गई है पावर उसनूं। अनुच्छेद 370 है जिहड़ा वो जम्मू राज के संबंध विच अस्थाई व्यवस्थावां, ठीक है, जम्मू कश्मीर दे राज विच जिहड़ियां अवस्थावां अस्थाई रूप दे विच कीतियां गईयां सी, स्पैशल प्रोविजन जिहड़ियां कीतियां गईयां सी, पर यह अनुच्छेद हुण जिहड़ा है ये खत्म कर दिता गया क्योंकि 5 अगस्त 2019 तो जिहड़ा है जम्मू कश्मीर नूं जिहड़ा है ते लद्दाख नूं जिहड़ा यूनियन टैरेटरी बना दिता गया, धारा 370 है जिहड़ा वो खत्म कर दिता गया उसनूं। तो ये सी जी महत्वपूर्ण अनुच्छेद जिन्हां तों तुसीं ये मन के चलो कि 3 या 4 क्वेश्चन जिहड़ा है वो पूछे जा सकते हैं किसी भी एग्जाम दे विच। तां इसनूं जिहड़ा है
ਤੁਸੀਂ ਧਿਆਨ ਨਾਲ ਯਾਦ ਕਰ ਲੈਣਾ ਨੇ। ਅਗਲਾ ਜਿਹੜਾ ਪਾਰਟ ਹੋਊਗਾ ਉਹ ਆਪਾਂ MCQ ਕਰਾਂਗੇ ਜੀ, ਅਨੁਛੇਦਾਂ ਨਾਲ ਸੰਬੰਧਿਤ ਜਿਹੜੇ MCQ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਮਿਲਦੇ ਨੈਕਸਟ ਪਾਰਟ ਦੇ ਵਿੱਚ। ਥੈਂਕ ਯੂ।